आशा जग जीवन ऐसा, सुपने जैसा जीवन सुपन समान। साच कर हम गांठ दीनी, छोड़ परम निधान। बाबा माया मोहित कीन, जिन ज्ञान रतन हिरलीन। रहाओ नैन देख पतंग उर्जै, बस न देखे आग। काल फास न मुग्ध चेतै, कनक कामन लाग। कर विचार विकार पर हर, तरन तारण सोए। कह कबीर जग जीवन ऐसा, दुटी नाही कोय। वाहिगुरु जी का खालसा, वाहिगुरु जी की फतेह। गुरु सवारी साध संगत, भगत कबीर जी ने इस बाणी बारे ठीक किया है कि लोग जाने एक गीत है, ये तो ब्रह्म विचार। ज्यों कांसी उपदेश होए मानस मरती भार। क्योंकि ਜਿਹੜੇ परमेश्वर ਦੇ ਪਿਆਰੇ ਹੁੰਦੇ ਨੇ, ਜਿਨ੍ਹਾਂ ਨੂੰ परमेश्वर ਦੀ ਹਸਤੀ ਦਾ ਗਿਆਨ ਸੋਝੀ ਹੋ ਜਾਂਦੀ, ਉਹ ਫਿਰ ਪਰਉਪਕਾਰੀ ਹਨ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤ ਜੀ ਲਾਇਨ। ਹਰ ਸਿਉ ਲੈਨ ਮਿਲਾਏ। ਉਹਨਾਂ ਦਾ ਕੰਮ ਹੈ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣਾ। ਉਹਨਾਂ ਦਾ ਕੰਮ ਹੈ ਅਗਿਆਨੀਆਂ ਨੂੰ ਗਿਆਨ ਦੇਣਾ। ਕਿਉਂਕਿ ਗਿਆਨ ਅਤੇ ਅਗਿਆਨ ਦਾ ਨਾਮ ਅਸੀਂ ਸਾਰੇ ਜਾਣਦੇ। ਗਿਆਨ ਚਾਨਣ ਹੈ, ਅਗਿਆਨ ਅੰਧੇਰਾ ਹੈ। ਅੰਧੇਰੇ ਵਿੱਚ ਮਨੁੱਖ ਭਟਕ ਜਾਂਦਾ ਹੈ, ਚਾਨਣ ਵਿੱਚ ਮਨੁੱਖ ਨੂੰ ਸਿੱਧੇ ਰਸਤੇ ਦੀ ਸੋਝੀ ਆਉਂਦੀ। ਤੋ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਫਰਮਾਨ ਕਰਦੇ, ਬਾਬਾ ਮਾਇਆ ਮੋਹਿਤ ਕੀਨ। हे ਬਾਬਾ, हे ਭਾਈ, ਅਸੀਂ ਜੀਵ ਜੋ ਹਾਂ, ਅਸੀਂ ਮਾਇਆ ਦੇ ਨਾਲ ਮੋਹ ਪਿਆਰ ਪਾ ਬੈਠੇ। ਕਿਉਂਕਿ ਇਸ ਮਾਇਆ ਦੇ ਮੋਹ ਨੇ ਜਿਨ ਗਿਆਨ ਰਤਨ ਹਿਰਲੀਨ, ਜਿਹੜਾ ਸਾਡਾ ਗਿਆਨ ਰੂਪੀ ਰਤਨ ਹੈ, ਉਸ ਨੂੰ ਇਸ ਮਾਇਆ ਦੇ ਮੋਹ ਨੇ ਹਿਰ ਲਿਆ, ਚੁਰਾ ਲਿਆ, ਖੋਹ ਲਿਆ, ਤੇ ਅਸੀਂ ਗਿਆਨ ਦਾ ਪੱਲਾ ਛੱਡ ਕੇ ਅਗਿਆਨ ਵਿੱਚ ਫਸ ਗਏ। ਸੱਚਮੁੱਚ ਜਦੋਂ ਕੋਈ ਬੰਦਾ ਉਦਿਆਨ ਬੀਆਬਾਨ ਵਿੱਚ ਰਸਤਾ ਭੁੱਲ ਜਾਏ, ਉਹਦੀ ਹਾਲਤ ਬੜੀ ਅਜੀਬੋ ਗਰੀਬ ਹੁੰਦੀ। ਜਿਤਨੀ ਉਸਨੂੰ ਪਰੇਸ਼ਾਨੀ, ਜਿਤਨੀ ਉਸਨੂੰ ਘਬਰਾਹਟ ਹੁੰਦੀ ਹੈ, ਇਹ ਉਹੋ ਹੀ ਜਾਣ। ਤੇ ਸੱਚਮੁੱਚ ਭਗਤ ਜੀ ਕਹਿੰਦੇ ਨੇ ਸਾਡੀ ਵੀ ਇਹੋ ਹਾਲਤ ਬਣ ਗਈ। ਬਾਬਾ ਮਾਇਆ ਮੋਹਿਤ ਕੀਨ। ਜਿਸ ਤਰ੍ਹਾਂ ਸਿਆਣਾ ਡਾਕਟਰ ਹਕੀਮ ਸਾਡੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਕਰਨ ਲਈ ਪਹਿਲਾਂ ਉਸ ਦਾ ਕਾਰਨ ਲੱਭਦਾ, ਵੀ ਕਾਰਨ ਕੀ ਹੈ, ਇਹ ਬਿਮਾਰੀ ਲੱਗਣ ਦਾ ਕਾਰਨ ਕੀ ਹੈ। ਪੁੱਛਦਾ ਹੈ ਮਰੀਜ਼ ਨੂੰ, ਭਾਈ ਤੂੰ ਕੀ ਖਾਧਾ ਸੀ, ਤੂੰ ਕੀ ਪੀਤਾ ਸੀ। ਮਰੀਜ਼ ਕਹੀ ਜਾਂਦਾ, ਨਹੀਂ ਜੀ ਮੈਂ ਕੁਝ ਨਹੀਂ ਖਾਧਾ। ਪਰ ਸਿਆਣਾ ਹਕੀਮ ਪੁੱਛ ਪੁੱਛ ਕੇ ਉਸ
ਮੇਨ ਰੋਗ ਦੀ ਜੜ ਨੂੰ ਫੜ ਲੈਣ। ਸੱਚਮੁੱਚ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਸਾਡੀ ਉਸ ਬਿਮਾਰੀ ਦੀ ਜੜ ਫੜ ਲਈ ਤੇ ਸਾਨੂੰ ਕਿਰਪਾ ਕਰਕੇ ਦੱਸ ਰਹੇ ਨੇ ਵੀ ਸਾਡੇ ਬਹੁਤੇ ਦੁੱਖਾਂ ਦਾ ਕਾਰਨ ਇਹ। ਬਾਬਾ ਮਾਇਆ ਮੋਹਿਤ ਕੀ, ਮਾਇਆ ਮਾੜੀ ਨਹੀਂ, ਗ੍ਰਸਤ ਲਈ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਮਾਇਆ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਤੇ ਵਕਾਲਤ ਕਰਦੇ ਨੇ ਵੀ ਕਿਰਤ ਕਰੋ ਪਰ ਨਾਲ ਨਾਮ ਵੀ ਜਪੋ, ਨਾਲ ਵੰਡ ਵੀ ਛਕੋ। ਪਰ ਅਸੀਂ ਹੋ ਗਏ ਉਲਾਰ। ਉਲਾਰ ਦਾ ਮਤਲਬ ਹੈ ਇੱਕ ਪਾਸੇ ਹੋ ਗਿਆ, ਦੂਜਾ ਪਾਸਾ ਬਿਲਕੁਲ ਛੱਡ ਦਿੱਤਾ। ਮੈਨੂੰ ਇੱਕ ਘਟਨਾ ਯਾਦ ਹੈ। ਇੱਕ ਦਫਾ ਸਾਡੇ ਨਗਰ ਵਿੱਚ ਇੱਕ ਬ੍ਰਹਮ ਕੁਮਾਰੀ ਆਸ਼ਰਮ ਹੈ। ਸਮੇਂ ਸਮੇਂ ਉਸ ਦੇ ਸੰਚਾਲਕ ਹੈੱਡ ਪ੍ਰਚਾਰਕ ਸ਼ਹਿਰ ਦੇ ਉਹਨਾਂ ਵਿਅਕਤੀਆਂ ਨੂੰ ਚਿੱਠੀ ਪੱਤਰ ਰਾਹੀਂ ਬੁਲਾਇਆ ਕਰਦੇ ਸਨ। ਤੋ ਇੱਕ ਦਫਾ ਉਹਨਾਂ ਦੀ ਕੋਈ ਵਿਸ਼ੇਸ਼ ਪ੍ਰਚਾਰਕਾ ਆਈ ਤੇ ਉਹਨਾਂ ਨੇ ਕੁਝ ਚਿੱਠੀਆਂ ਭੇਜੀ। ਉਹਨਾਂ ਦੀ ਚਿੱਠੀ ਮੇਰੇ ਤੱਕ ਵੀ ਆਈ। ਮੇਰੇ ਨਾਲ ਇੱਕ ਮੇਰੇ ਬਜ਼ੁਰਗ ਮਿੱਤਰ ਬਾਊ ਸੁਰਿੰਦਰ ਨਾਥ ਜੀ ਉਹ ਵੀ ਗਏ। ਉਹਨਾਂ ਨੇ ਸਾਡੀ ਮੁਲਾਕਾਤ ਕਰਾਈ ਉਸ ਮੁੱਖ ਪ੍ਰਚਾਰਕਾ ਦੇ। ਉਹਨੇ ਕਿਹਾ ਜੀ ਆਪ अपना सवाल करो। तो बुजुर्ग मित्र बाबू सुरेंद्र नाथ जी ने कहा जी मुझे ये बताओ कि माया ताकतवर है या परमात्मा ताकतवर। क्योंकि हम दुनियादार लोग उसको ताकतवर समझते हैं जिसके पीछे ज्यादा लोग लगे। क्योंकि माया दे पिछे ते सब लोग लगे हुए ते परमात्मा दे सिमरन वाले पासे कोई विरला ही तुरदा। उस बीबी ने अपने विचार मुताबिक जो लेक्चर जो उन्होंने पढ़ाया गया सी उसने काफ़ी लंबा समा लेक्चर दिता। बाऊ जी उम्र करके वड्डे सन, तजर्बे करके वड्डे सन ते मैं भी कोल बैठा सुन रहा। बाऊ जी ने उस बीबी नूं कहा बीबा सानू कोई गल समझ नहीं है, जो सवाल असी कीता है तू उहदे ते कोई जवाब नहीं दिता। वो चुप कर गई। फिर वो मैनू कहने लगे ज्ञानी जी आपका भी यही सब्जेक्ट है, आप बता दो। मैं क्या हाँ जी मैं तो बताऊंगा। मैं क्या परमात्मा सर्वशक्तिवान है, माया उसकी बनाई हुई दासी है। मैं परमात्मा को कभी कमज़ोर नहीं मानता और माया को कभी ताकतवर नहीं मानता। कहने लगे फिर लोग ज़्यादा माया के पीछे लगते हैं। मैं क्या ये जीव ही कमज़ोर है, ये जीव ही ताकतवर। जो मुझे विचार सूझा मैंने कह दिया। मैं क्या तकड़ी के दो पलड़े हैं, जिस पलड़े पर आप ज़्यादा वजन पाओगे वो झुक जाएगा और दूसरा ऊपर उठ जाएगा। कहने लगे क्या मतलब। मैं क्या आप अपने अंदर विचार करके बताओ कि आप अपने कारोबार में कितना समय देते हो और परमात्मा की तरफ कितना समय देते हो। जदों मैं ये गल कही कहने लगे हाँ मैं समझी। जदों असी अपने समय विचों बहुता समा माया वाले पासे लाउने हैं तो इसका मतलब माया सानू बहुत प्यारी लगती। परमात्मा वास्ते तो असी समा कढ़दे ही नहीं। तो जिस पासे असी ज़्यादा झुकाव करांगे वो पासा भारू हो जाएगा।
तो भगत कबीर जी यही गल कह रहे हैं, बाबा माया मोहित की। माया माड़ी नहीं, माया नाल हित करना, माया नाल बहुता प्यार करना जिहड़ा है ये नुकसानदेह। नतीजा की निकलता है, जिन ज्ञान रतन हिरलीन। जिस माया दे मोह कारण साडा जिहड़ा ज्ञान रूपी रतन सी वो हिरलीन चुरा लिया, खो लिया। जिवें मक्खी मिठा खाण लई मिठे उत्ते बहिंदी, पर वो इन्नी खचत हो जाती है कि ਉਹਦੇ ਖੰਭ भी गुड़ ਵਿੱਚ फस जाते। ਹੁਣ ਮਿੱਠਾ ਤੇ ਉਹਨੂੰ ਸਵਾਦ ਲੱਗਦਾ, ਪਰ ਉੱਥੇ ਹੀ ਉਹ ਮਰ ਜਾਂਦੀ। ਗਿਆਨ ਤੋਂ ਬਿਨਾਂ ਸਾਡੀ ਵੀ ਹਾਲਤ ਇਹੋ ਹੀ। ਬਾਬਾ ਮਾਇਆ ਮੋਹਿਤ ਕੀਨ, ਜਿਨ ਗਿਆਨ ਰਤਨ ਹਿਰਲੀਨ ਰਹਾਓ। ਹੁਣ ਕਬੀਰ ਜੀ ਕਿਰਪਾ ਕਰਦੇ ਕਹਿੰਦੇ, हे ਭਾਈ जग जीवन ऐसा सुपने जैसा, जीवन सुपन समान। ਹੁਣ ਇੱਥੇ ਜਗ ਦੇ ਗੱਗੇ ਨੂੰ ਸਿਹਾਰੀ ਹੈ। ਜੇ ਜਗ ਦੇ ਗੱਗੇ ਨੂੰ ਔਂਕੜ ਹੋਵੇ ਤੇ ਉਹ ਨਾਉਨ ਪੁਲਿੰਗ ਇੱਕ ਵਚਨ, ਪਰ ਜਗ ਦੇ ਗੱਗੇ ਨੂੰ ਸਿਹਾਰੀ ਲੱਗਣ ਦੇ ਨਾਲ ਜਗਤ ਵਿੱਚ ਇਹ ਜਿਹੜਾ ਸਾਡਾ ਜੀਵਨ ਹੈ ये ऐसा है। कैसा? सुपने जैसा। ਹੁਣ ਸੁਪਨਾ ਸ਼ਬਦ ਜਿਹੜਾ ਇਹ ਲਗਭਗ ਸਾਨੂੰ ਸਾਰਿਆਂ ਨੂੰ ਇਹਦਾ ਮਤਲਬ ਪਤਾ ਕਿ ਜਦੋਂ ਮਨੁੱਖ ਕੂਕ ਨੀਂਦਰ ਵਿੱਚ ਸੁੱਤਾ ਹੁੰਦਾ ਤੇ ਇਹਨੂੰ ਸੁਪਨੇ ਆਉਂਦੇ, ਤੇ ਸੁਪਨੇ ਦੀਆਂ ਜੋ ਚੀਜ਼ਾਂ ਇਹ ਦੇਖਦਾ ਹੈ ਉਹਨਾਂ ਨੂੰ ਸੱਚਾ ਸਮਝ ਲੈਂਦਾ। ਪਰ ਜਦੋਂ ਜਾਗਦਾ ਤੇ ਸੁਪਨੇ ਦੀ ਕੋਈ ਚੀਜ਼ ਉੱਥੇ ਨਹੀਂ ਹੁੰਦੀ। ਸੱਚਮੁੱਚ ਇਸੇ ਤਰ੍ਹਾਂ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਹੋਣ ਕਰਕੇ ਜਗਤ ਦਾ ਜੀਵਨ ਜਿਹੜਾ ਹੈ ਇਹ ਸਾਨੂੰ ਸੱਚਾ ਜਾਪਦਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਚਰਤ ਦੁਖ ਪਾਇਆ, सो गत भई हमारी। जग जीवन ऐसा सुपने जैसा, जीवन सुपन समान। ਇਹ ਸਾਡਾ ਜਿਉਣਾ ਵੀ ਸੁਪਨੇ ਦੀ ਤਰ੍ਹਾਂ। ਤੇ ਜਦੋਂ ਅਸੀਂ ਸੁਪਨੇ ਵਿੱਚ ਸੁੱਤੇ ਹੁੰਦੇ ਹਾਂ ਤੇ ਫਿਰ ਜੋ ਕੁਝ ਸੁਪਨੇ ਵਿੱਚ ਆਉਂਦਾ ਹੈ ਉਹ ਸਭ ਕੁਝ ਸੱਚਾ ਸਮਝ ਲੈਂਦੇ। ਪਰ ਜਦੋਂ ਜਾਗਰਤ ਅਵਸਥਾ ਵਿੱਚ ਆਉਂਦੇ ਹਾਂ ਸੁਪਨੇ ਦੀ ਕੋਈ ਚੀਜ਼ ਨਜ਼ਰ ਨਹੀਂ। ਤੋ ਸੁਪਨੇ ਵਿੱਚ ਇਸ ਜੀਵਨ ਨੂੰ ਸੱਚਾ ਸਮਝ ਕੇ ਸਾਚ ਕਰ ਹਮ ਗਾਂਠ ਦੀਨੀ, ਇਹਨੂੰ ਸੱਚਾ ਸਮਝ ਕੇ ਅਸੀਂ ਗੰਢ ਦੇ ਲੈਂਦੇ, ਇਹਦੇ ਨਾਲ ਪ੍ਰੀਤ ਪਾ ਲੈਂਦੇ, ਇਹਨੂੰ ਆਪਣਾ ਜੱਫਾ ਮਾਰ ਲੈਂਦੇ। ਛੋੜ ਪਰਮ ਨਿਧਾਨ, ਤੇ ਉਹ ਪਰਮਾਤਮਾ ਜੋ ਪਰਮ ਨਿਧਾਨ, ਜੋ ਬਹੁਤ ਵੱਡਾ ਖਜ਼ਾਨਾ ਹੈ, ਉਹਦਾ ਅਸੀਂ ਪੱਲਾ ਛੱਡ ਦੇਣਾ। ਬਹੁ ਗਿਣਤੀ ਲੋਕਾਂ ਦੀ ਦੇਖੀ, ਸਾਡੇ ਕੋਲ ਟਾਈਮ ਨਹੀਂ ਜੀ ਗੁਰਦੁਆਰੇ ਆਉਣ ਦਾ, ਸਾਡੇ ਕੋਲ ਟਾਈਮ ਨਹੀਂ ਬਾਣੀ ਪੜ੍ਹਨ ਦਾ। ਕਈ ਤਾਂ ਕਹਿ ਦੇਣਗੇ ਜੀ ਸਾਡੇ ਕੋਲ ਤਾਂ ਮਰਨ ਦਾ ਟਾਈਮ ਵੀ ਨਹੀਂ, ਸਿਰ ਖੁਰਕਣ ਦਾ ਟਾਈਮ ਵੀ ਨਹੀਂ। ਇਹ ਸਾਰੀਆਂ ਗੱਲਾਂ ਕਦੋਂ ਤੋਂ ਹੁੰਦੀਆਂ ਨੇ? ਜਦੋਂ ਅਗਿਆਨਤਾ ਦੀ ਨੀਂਦਰ ਵਿੱਚ। ਤੋ ਭਗਤ ਜੀ ਨੇ ਇੱਕ ਪੰਕਤੀ ਦੇ ਅੰਦਰ ਪਹਿਲੇ ਪਦ ਦੇ ਅੰਦਰ ਸਾਨੂੰ ਸਮਝਾ ਦਿੱਤਾ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਸਾਚ ਕਰ ਹਮ ਗਾਂਠ ਦੀਨੀ, ਛੋੜ ਪਰਮ ਨਿਧਾਨ। ਉਹ ਪਰਮਾਤਮਾ ਜੋ ਪਰਮ ਖਜ਼ਾਨਾ, ਸਾਰੇ ਸੁੱਖਾਂ ਦਾ ਦਾਤਾ, ਉਹਨੂੰ ਅਸੀਂ ਛੱਡ ਦਿੱਤਾ ਤੇ ਇਸ ਜਗਤ ਦੇ ਜੀਵਨ ਨੂੰ ਸੱਚਾ ਕਰਕੇ ਸਮਝ। ਬਾਣੀ ਗੁਰੂ ਜੀ ਕਹਿ ਰਹੇ ਨੇ, ਨਰ ਇਹ ਸਾਚੀ ਜੀ ਧਾਰ,
सगल जगत है जैसे सुपना, बिन सत लगत न भार। बारू भीत बनाई रचपच, रहत नहीं दिन चार। तैसे ही ये सुख माया के, उर्जो कहाँ गवार। अजहू समझ कछ बिगड़ो नाहिन, भजले नाम मुरार। कहो नानक निज मत साधन को, ਭਾਖਿਓ ਤੋਹੇ ਪੁਕਾਰ। ਹੁਣ ਰਹਾਉ ਦੀ ਪੰਕਤੀ ਤੇ ਪਹਿਲੇ ਪਦ ਨੂੰ ਚੰਗੀ ਤਰ੍ਹਾਂ ਧਿਆਨ ਨਾਲ। ਬਾਬਾ ਮਾਇਆ ਮੋਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ। ਰਹਾਉ ਜਗ ਜੀਵਨ ਐਸਾ, ਸੁਪਨੇ ਜੈਸਾ। ਜੀਵਨ ਸੁਪਨ ਸਮਾਨ, ਸਾਚ ਕਰ ਹਮ ਗਾਂਠ ਦੀਨੀ। ਛੋੜ ਪਰਮ ਨਿਧਾਨ। ਹੁਣ ਅੱਗੇ ਇਹਨੂੰ ਵਿਆਖਿਆ ਕਰਦੇ ਵੀ ਸਾਡੀ ਗਲਤੀ ਕਿੱਥੇ ਹੈ। ਨੈਣ ਦੇਖ ਪਤੰਗ ਉਰਜੈ, ਬਸ ਨਾ ਦੇਖੈ ਆਗ। ਦੀਵੇ ਦੀ ਤੇ ਪਤੰਗੇ ਦੀ ਮਿਸਾਲ ਆਮ ਤੌਰ ਤੇ ਦਿੱਤੀ ਆ। ਦੀਵਾ ਕਦੇ ਪਤੰਗੇ ਨੂੰ ਛੱਡਣ ਨਹੀਂ ਜਾਂਦਾ, ਪਰ ਜਦੋਂ ਦੀਵਾ ਜਗਦਾ ਹੈ ਪਤੰਗਾ ਉਸ ਤੇ ਇਰਦ ਗਿਰਦ ਘੁੰਮਦਾ। ਹਾਲਾਂਕਿ ਉਹ ਅੱਗ ਦੀ ਲਾਟ ਹੈ, ਪਰ ਉਹ ਪਤੰਗਾ ਸਿਰਫ ਆਪਣੀਆਂ ਅੱਖਾਂ ਦੇ ਨਾਲ ਉਸ ਜਗਦੇ ਹੋਏ ਦੀਵੇ ਦੀ ਲਾਟ ਨੂੰ ਦੇਖ ਕੇ ਉਹਦੇ ਵਿੱਚ ਉਲਝ ਜਾਂਦਾ, ਉਹਦੇ ਇਰਦ ਗਿਰਦ ਘੁੰਮੀ ਜਾਂਦਾ। ਔਰ ਜਦੋਂ ਤੀਕਰ ਉਹਦੇ ਅੰਗ ਸੜ ਨਹੀਂ ਜਾਂਦੇ, ਉਦੋਂ ਤੀਕਰ ਉਹ ਖਹਿੜਾ ਨਹੀਂ ਚੱਲ। ਸਾਡੀ ਵੀ ਹਾਲਤ ਇਹ ਹੋਈ। ਨੈਣ ਦੇਖ ਪਤੰਗ ਉਰਜੈ, ਪਸ ਨ ਦੇਖੈ ਆਗ। ਕਾਲ ਫਾਸ ਨ ਮੁਗਧ ਚੇਤੈ, ਕਨਕ ਕਾਮਨ ਲਾਗ। ਸਾਡੀ ਵੀ ਹਾਲਤ ਐਸੀ। ਕਾਲ ਫਾਸ ਨ ਮੁਗਧ ਚੇਤੈ, ਇਹ ਮੂਰਖ ਬੰਦਾ ਕਾਲ ਦੀ ਫਾਈ ਨੂੰ ਯਾਦ ਨਹੀਂ ਕਰਦਾ। ਔਰ ਕਨਿਕ ਕਾਮਨ ਲਾਗ, ਸੋਨੇ ਅਤੇ ਇਸਤਰੀ ਦੇ ਮੋਹ ਵਿੱਚ ਫਸ ਜਾ। ਕਿਤਨਾ ਸਮਝਾਓ, ਕਿਤਨਾ ਗਿਆਨ ਦਿਓ, ਸੁਣਦਾ ਹੀ। ਆਂਦਾ ਤੁਹਾਨੂੰ ਕੀ ਪਤਾ ਹੈ। ਦੇਖੋ ਐਸੀ ਮਿਸਾਲ ਦਿੱਤੀ ਹੈ ਭਗਤ ਕਬੀਰ ਜੀ ਨੇ, ਜਿਹੜੀ ਅਸੀਂ ਆਮ ਜਾਣਦੇ ਹਾਂ। ਨੈਣ ਦੇਖ ਪਤੰਗ ਉਰਜੈ, ਅੱਖਾਂ ਨਾਲ ਦੀਵੇ ਦੀ ਲਾਟ ਵੇਖ ਕੇ ਪਤੰਗਾ ਉਲਝ ਜਾਂਦਾ। ਪਸ ਨਾ ਦੇਖੈ ਆਗ, ਉਹ ਪਸ਼ੂ, ਉਹ ਅਗਿਆਨੀ ਅੱਗ ਨਹੀਂ ਦੇਖਦਾ। ਉਹਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਮੈਨੂੰ ਸਾੜ ਦੇ। ਇਸੇ ਤਰ੍ਹਾਂ ਮੈਂ ਤੇ ਤੁਸੀਂ, ਕਾਲ ਫਾਸ ਨਾ ਮੁਗਧ ਚੇਤੈ, ਇਹ ਮੂਰਖ ਬੰਦਾ ਵੀ ਕਾਲ ਦੀ ਫਾਈ ਨੂੰ ਨਹੀਂ ਯਾਦ ਕਰਦਾ। ਤੇ ਕਨਕ ਕਾਮਨ ਲਾਗ, ਸੋਨੇ ਅਤੇ ਇਸਤਰੀ ਦੇ ਮੋਹ ਵਿੱਚ ਫਸ ਆਖਿਆ। ਇਹ ਜੀਵ ਅਗਿਆਨੀ, ਇਹ ਮੂਰਖ ਇਵੇਂ ਹੀ ਫਸਿਆ ਹੋਇਆ। ਜਿਵੇਂ ਨੈਣ ਦੇਖ ਪਤੰਗ ਉਰਜੈ, ਪਸ ਨ ਦੇਖੈ ਆਗ। ਕਾਲ ਫਾਸ ਨ ਮੁਗਧ ਚੇਤੈ, ਕਨਕ ਕਾਮਨ ਲਾਗ। ਪਰਉਪਕਾਰੀ ਮਹਾਂਪੁਰਸ਼ ਭਗਤ ਕਬੀਰ ਜੀ ਕਹਿੰਦੇ, ਪਿਆਰੇ ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਆਪਣੇ ਮਨ ਵਿੱਚ ਵਿਚਾਰ ਕਰ, ਇਹ ਜਿਹੜੇ ਵਿਕਾਰ ਨੇ ਇਹਨਾਂ ਨੂੰ ਦੂਰ ਕਰ। ਇਹ ਭੈੜੇ ਵਿਚਾਰ ਜਿਨ੍ਹਾਂ ਕਰਕੇ ਤੂੰ ਫਸਿਆ ਹੋਇਆ, ਇਹਨਾਂ ਨੂੰ ਦੂਰ ਕਰ। ਔਰ ਇਹ ਗੱਲ ਨਿਸ਼ਚੇ ਕਰਕੇ ਜਾਣ ਲੈ, ਤਰਨ ਤਾਰਨ ਸੋਏ। ਇਸ ਸੰਸਾਰ ਸਮੁੰਦਰ ਤੋਂ ਬਚਾਉਣ ਵਾਲਾ ਜਹਾਜ਼ ਪਰਮਾਤਮਾ। ਕਹਿ ਕਬੀਰ ਜਗ ਜੀਵਨ ਐਸਾ, ਦੁਤੀ ਨਾਹੀ ਕੋਏ। ਕਬੀਰ ਜੀ ਕਹਿੰਦੇ ਹਨ, ਜਗ ਜੀਵਨ ਐਸਾ, ਉਹ ਪਰਮਾਤਮਾ ਜੋ ਸਾਰੇ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਹੈ,
ਉਹੀ ਸਾਨੂੰ ਸੰਸਾਰ ਸਾਗਰ ਤੋਂ ਤਾਰ ਸਕਦਾ, ਦੁਤੀ ਨਾ ਹੀ ਕੋਈ, ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋਂ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਗਿਆਨ ਅੰਜਨ ਗੁਰ ਜੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਆਓ ਭਗਤ ਜੀ ਦੇ ਇਸ ਪਾਵਨ ਸ਼ਬਦ ਨੂੰ ਬਾਰ-ਬਾਰ ਪੜ੍ਹੀਏ, ਆਪਣੇ ਹਿਰਦੇ ਵਿੱਚ ਵਿਚਾਰ ਕਰੀਏ ਕਿ ਭਗਤ ਜੀ ਸਾਨੂੰ ਬਿਮਾਰੀ ਦਾ ਕਾਰਨ ਵੀ ਦੱਸ ਰਹੇ ਹਨ, ਸਾਡੀ ਭੁੱਲ ਵੀ ਦੱਸ ਰਹੇ ਹਨ, ਤੇ ਉਸ ਭੁੱਲ ਨੂੰ ਸੁਧਾਰਨ ਦਾ ਤਰੀਕਾ ਵੀ ਦੱਸ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।